ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਸ਼ਨ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਗਰਮੀ ਪਈ ਹੈ। ਗਰਮੀ ਲਗਾਤਾਰ ਵੱਧਦੇ ਕ੍ਰਮ ਦੇ ਵੱਲ ਹੈ। ਕੋਈ ਮੀਂਹ ਕਣੀ ਦੀ ਸੰਭਾਵਨਾ ਜਿਹੜੀ ਪ੍ਰਗਟ ਕੀਤੀ ਗਈ ਸੀ ਉਹ ਨਹੀਂ ਸਾਹਮਣੇ ਆਈ, ਕਿਉਂਕਿ 19 ਤੇ 20 ਤਰੀਕ ਨੂੰ ਮੌਸਮ ਵਿਭਾਗ ਨੇ ਕਿਹਾ ਸੀ ਕਿ ਸ਼ਾਇਦ ਮੀਂਹ ਪੈ ਜਾਵੇ, ਪਰ ਇਹੋ ਜਿਹੀ ਕਿਤੋਂ ਵੀ ਇੱਕ ਤਿਪ ਕਣੀ ਦੀ ਇੱਕ ਬੂੰਦ ਨਹੀਂ ਸੀ ਸਾਹਮਣੇ ਆਈ। ਸੋ ਮੌਸਮ ਪੂਰਾ ਗਰਮ, ਮੌਸਮ ਪੂਰਾ ਖੁਸ਼ਕ ਹੈ। ਪਰ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਅੱਜ ਯਾਨੀ ਕਿ 22 ਤਰੀਕ ਨੂੰ ਤੇ 23 ਤਰੀਕ ਨੂੰ ਪੰਜਾਬ ਦੇ ਵਿੱਚ ਕਣੀਆਂ ਪੈਣ ਦੀ ਆਸ ਹੈ। ਮੌਸਮ ਇੱਕ ਵਾਰ ਫਿਰ ਕਰਵਟ ਬਦਲ ਸਕਦਾ ਹੈ। ਤੇ ਇਹ ਵੀ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਧੂੜ ਭਰੀ ਹਨੇਰੀ ਵਗ ਸਕਦੀ ਹੈ, ਧੂੜ ਭਰੀ ਹਵਾ ਚੱਲ ਸਕਦੀ ਹੈ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ। ਇਹ ਜਿਹੜੀਆਂ ਗੱਲਾਂ ਕਹੀਆਂ ਗਈਆਂ ਕਿ ਮੀਂਹ ਪੈ ਸਕਦਾ, ਧੂੜ ਭਰੀ ਹਨੇਰੀ ਚੱਲ ਸਕਦੀ ਹੈ, ਬੱਦਲਵਾਈ ਰਹਿ ਸਕਦੀ ਹੈ, ਇਹ ਕਿੰਨੀ ਕੁ ਭਵਿੱਖਬਾਣੀ ਸਹੀ ਸਾਬਤ ਹੁੰਦੀ ਹੈ ਇਹ ਸਮਾਂ ਬਿਆਨ ਕਰੂਗਾ। ਪਰ ਕਿਹਾ ਹਾਲ ਦੀ ਘੜੀ ਇਹੀ ਗਿਆ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ ਉਹ ਵੋਟਾਂ ਜਿਹੜੀਆਂ ਕਿ ਹੁਣ ਪੈ ਹਟੀਆਂ। ਉਹ ਵੋਟਾਂ ਜਿਹਦੇ ਲਈ ਬਹੁਤ ਸਾਰੀ ਚਰਚਾ ਸੀ, ਉਹ ਵੋਟਾਂ ਜਿਹਦੇ ਲਈ ਬਹੁਤ ਸਾਰੀਆਂ ਗਿਣਤੀਆਂ ਮਿਣਤੀਆਂ ਚੱਲਦੀਆਂ ਸੀ, ਉਹ ਵੋਟਾਂ ਜਿਹਦੇ ਲਈ ਟਿਕਟਾਂ ਹਾਸਲ ਕਰਨ ਤੋਂ ਲੈ ਕੇ ਤੇ ਅਖੀਰਲੇ ਮੌਕੇ ਤੱਕ ਇੱਕ ਦੂਜੇ ਨੂੰ ਠੱਬੀ ਲਾਉਣ ਦੇ ਲਈ ਰਾਜਨੀਤਿਕ ਲੋਕਾਂ ਨੇ, ਉਮੀਦਵਾਰਾਂ ਨੇ ਕਸਰ ਕੋਈ ਨਹੀਂ ਛੱਡੀ। ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਗੱਲ ਕਹਿ ਰਹੀਆਂ ਕਿ ਸਾਨੂੰ 70 ਸੀਟਾਂ ਮਿਲਣੀਆਂ। ਜਿਹੜੀ ਪਾਰਟੀ ਸਾਨੂੰ ਕਮਜ਼ੋਰ ਲੱਗਦੀ ਹੈ ਉਹ ਵੀ ਇਹ ਗੱਲ ਕਹਿੰਦੀ ਹੈ ਕਿ ਸਾਨੂੰ ਘੱਟੋ ਘੱਟ 60 ਸੀਟਾਂ ਮਿਲਣੀਆਂ। ਕੋਈ ਕਹਿੰਦਾ 70 ਵੱਟ ਤੇ ਪਈਆਂ, ਕੋਈ ਕਹਿੰਦਾ 85 ਵੀ ਮਿਲ ਸਕਦੀਆਂ ਸਾਨੂੰ। ਪਰ ਬੇਨਤੀ ਇਹ ਹੈ ਵੀ ਇਸ ਗੱਲ ਨੂੰ ਦਿਲ ਤੇ ਲਾਉਣ ਦੀ ਜ਼ਰੂਰਤ ਨਹੀਂ। 10 ਮਾਰਚ ਨੂੰ ਨਤੀਜੇ ਆਉਣੇ ਆ, ਉਦੋਂ ਤੱਕ ਸਾਰੇ ਹੀ ਮੁੱਖ ਮੰਤਰੀ ਆ, ਸਾਰੇ ਹੀ ਜਿੱਤੇ ਆ। 1304 ਨੇ 1304 ਉਮੀਦਵਾਰੀ ਜਿੱਤੇ ਮੰਨੋ। ਇਹਨਾਂ ਦੇ ਵਿੱਚੋਂ 117 ਕਿਹੜੇ ਜਿੱਤਦੇ ਆ ਇਹ ਤਾਂ 10 ਮਾਰਚ ਨੂੰ ਪਤਾ ਲੱਗੂਗਾ। ਪਰ ਫੀਲਿੰਗ ਲੈਣ ਵਾਸਤੇ ਸਾਰੇ ਹੀ ਇਸ ਵੇਲੇ MLA ਆ, ਸਾਰੇ ਇਸ ਵੇਲੇ ਥਕੇਵਾਂ ਲਾ ਰਹੇ ਆ। ਕੋਈ ਕਿਤੇ ਚਲਾ ਗਿਆ, ਕੋਈ ਡਲਹੌਜ਼ੀ ਚਲਾ ਗਿਆ, ਕੋਈ ਬਾਹਰਲੇ ਮੁਲਕ ਜਾਣ ਦੀ ਤਿਆਰੀ ਕਰ ਰਿਹਾ ਤੇ ਕੋਈ ਇਸ ਵੇਲੇ ਜੋਤਸ਼ੀਆਂ ਦੇ ਜਾ ਕੇ ਚਰਨਾਂ ਦੇ ਵਿੱਚ, ਪੈਰਾਂ ਦੇ ਵਿੱਚ ਬਹਿ ਰਿਹਾ ਵੀ ਐਸਾ ਮੰਤਰ ਮਾਰੋ ਵੀ ਸਾਡੀ ਜਿੱਤ ਪੱਕੀ ਹੋ ਜੇ। ਸੋ ਸਭ ਦੇ ਆਪੋ ਆਪਣੇ ਸੋਚਣ ਦੇ ਢੰਗ ਤਰੀਕੇ ਆ। ਪਰ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਵੱਲੋਂ ਜਿਹੜੀ ਵੋਟਿੰਗ ਕੀਤੀ ਗਈ ਹੈ ਲਗਭਗ 72%। ਪਹਿਲਾ ਅੰਕੜਾ ਆਇਆ ਸੀ ਕਿ ਲਗਭਗ 68% ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਦੇ ਵੱਲੋਂ ਇਹ ਅੰਕੜਾ ਨਵੇਂ ਸਿਰੇ ਤੋਂ ਪੇਸ਼ ਕੀਤਾ ਗਿਆ, ਜਿਹਦੇ ਵਿੱਚ 71.72% ਦੇ ਕਰੀਬ ਵੋਟਿੰਗ ਹੋਈ ਦੱਸੀ ਗਈ ਹੈ। ਪੰਜਾਬ ਦੇ ਵਿੱਚ ਪੇਂਡੂ ਖੇਤਰਾਂ ਦੇ ਵਿੱਚ ਬਹੁਤ ਵੋਟਾਂ ਪਈਆਂ, ਸ਼ਹਿਰੀ ਖੇਤਰਾਂ ਦੇ ਵਿੱਚ ਘੱਟ ਵੋਟਾਂ ਪਈਆਂ। ਐਤਕੀ ਕਮਾਲ ਦੀ ਗੱਲ ਇਹ ਰਹੀ ਹੈ, ਜਿਹੜੇ ਸਾਡੇ ਦੂਰ ਦਰਾਡੇ ਬੈਠੇ ਭੈਣਾਂ ਵੀਰ ਹੈ ਉਹਨਾਂ ਨੂੰ ਦੱਸਣਾ ਬਣਦਾ ਕਿ ਔਰਤਾਂ ਨੇ ਬਹੁਤ ਵੱਡੀ ਗਿਣਤੀ 'ਚ ਵੋਟਾਂ ਪਾਈਆਂ। ਮਰਦਾਂ ਦੀਆਂ ਕਤਾਰਾਂ ਦੇ ਨਾਲੋਂ ਵੱਡੀਆਂ ਕਤਾਰਾਂ, ਲੰਬੀਆਂ ਕਤਾਰਾਂ ਐਤਕੀ ਔਰਤਾਂ ਦੀਆਂ ਕੱਲੇ ਪੋਲਿੰਗ ਬੂਥ 'ਤੇ ਦੇਖਣ ਨੂੰ ਮਿਲੀਆਂ, ਖਾਸ ਕਰਕੇ ਪੇਂਡੂ ਖੇਤਰ ਦੇ ਵਿੱਚ। ਸੋ ਵਕਤ ਦੱਸੂਗਾ, ਸਮਾਂ ਦੱਸੂਗਾ। ਬਹੁਤ ਸਾਰੇ ਲੋਕ ਪੁੱਛਣਾ ਚਾਹੁੰਦੇ ਆ ਕਿ ਜਿੱਤੂ ਕੌਣ, ਸਰਕਾਰ ਕਿਹਦੀ ਬਣੂ। ਜੇਕਰ ਤੁਹਾਨੂੰ ਕੋਈ ਵੀ ਇਹ ਗੱਲ ਕਹਿੰਦਾ, ਭਾਵੇਂ ਤੁਹਾਡਾ ਕੋਈ ਚਹੇਤਾ ਹੋਵੇ, ਭਾਵੇਂ ਤੁਹਾਡੇ ਕੋਈ ਪਿੰਡ ਦੇ ਵਿੱਚੋਂ ਆ, ਭਾਵੇਂ ਕੋਈ ਰਿਸ਼ਤੇਦਾਰ ਆ, ਭਾਵੇਂ ਕੋਈ ਭੈਣ ਭਾਈ ਆ, ਜਿਹੜਾ ਇਹ ਗੱਲ ਕਹਿੰਦਾ ਕਿ ਫਲਾਣੇ ਦੀ ਸਰਕਾਰ ਬਣੂ, ਉਹ ਬਿਲਕੁਲ ਕੁਫਰ ਤੋਲਦਾ। ਉਹਦੇ ਉੱਤੇ ਕੋਈ ਯਕੀਨ ਨਾ ਕਰੋ, ਕਿਉਂਕਿ ਐਤਕੀ ਤਾਂ ਨੇਤਾਵਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਸਾਡੀ ਸਰਕਾਰ ਬਣੂ ਕਿ ਨਹੀਂ ਬਣੂ। ਉਤਲੇ ਮਨੋਂ ਭਾਵੇਂ ਜੋ ਮਰਜ਼ੀ ਕਹੀ ਜਾਣ, ਪਰ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਜਿੱਤੂ ਕਿ ਨਹੀਂ ਜਿੱਤੂ। ਕਿਉਂਕਿ ਐਤਕੀ ਮੁਕਾਬਲਾ ਪੰਜ ਕੋਣੀ ਸੀ, ਬਹੁ ਗਿਣਤੀ ਸੀਟਾਂ ਦੇ ਉੱਤੇ। ਐਤਕੀ ਅਕਾਲੀ ਦਲ ਬਸਪਾ ਗੱਠਜੋੜ, ਭਾਜਪਾ ਤੇ ਉਹਨਾਂ ਦੀਆਂ ਦੋ ਸਾਥਣ ਪਾਰਟੀਆਂ, ਕਾਂਗਰਸ, ਆਮ ਆਦਮੀ ਪਾਰਟੀ ਤੇ ਸੰਯੁਕਤ ਸਮਾਜ ਮੋਰਚਾ। ਇਹ ਹੁਣ ਵੋਟਿੰਗ ਆ ਜਿਹੜੀ ਉਹ ਵੰਡੀ ਗਈ ਆ, ਵੋਟਾਂ ਦੀ ਪਰਸੈਂਟੇਜ ਆ ਜਿਹੜੀ ਉਹ ਕਈ ਥਾਵਾਂ 'ਤੇ ਵੰਡੀ ਗਈ ਆ। ਕਿਸੇ ਨੂੰ ਕਿੰਨੀ ਵੋਟ ਪੈ ਗਈ, ਕਿਸੇ ਨੂੰ ਕਿੰਨੀ ਵੋਟ ਪੈ ਗਈ, ਵੋਟਾਂ ਉਨੀਆਂ ਹੀ ਆ, ਵੰਡੀਆਂ 5 ਹਿੱਸਿਆਂ ਦੇ ਵਿੱਚ ਗਈਆਂ। ਆਜ਼ਾਦ ਉਮੀਦਵਾਰਾਂ ਨੇ ਵੀ ਵਿੱਚੋਂ ਕੁਝ ਕੁ ਵੋਟਾਂ ਲਈਆਂ। ਸੋ ਐਤਕੀ ਜਿੱਤ ਹਾਰ ਦਾ ਮਾਰਜਨ ਬਹੁਤ ਥੋੜ੍ਹਾ ਹੋਊਗਾ। ਇਹ ਕੋਈ ਕਹਿ ਹੀ ਨਹੀਂ ਸਕਦਾ ਕਿ ਮੇਰੀ ਜਿੱਤ ਪੱਕੀ ਹੈ। ਇਹ ਸਮਾਂ ਬਿਆਨ ਕਰੂਗਾ ਸਥਿਤੀ ਕੀ ਹੈ। ਪਰ ਇਹ ਗੱਲ ਸੱਚੀ ਹੈ ਕਿ ਮਾਲਵਾ ਖੇਤਰ ਦੇ ਵਿੱਚ ਕਈ ਥਾਵਾਂ 'ਤੇ ਆਮ ਆਦਮੀ ਪਾਰਟੀ ਮਜ਼ਬੂਤ ਰਹੀ ਹੈ, ਦੁਆਬੇ ਦੇ ਵਿੱਚ ਕਾਂਗਰਸ ਮਜ਼ਬੂਤ ਦੱਸੀ ਜਾ ਰਹੀ ਹੈ, ਤੇ ਮਾਝੇ ਦੇ ਵਿੱਚ ਮੁਕਾਬਲਾ ਜਿਹੜਾ ਅਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ ਗੱਡਵਾਂ ਹੋਇਆ। ਮਾਝੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਥਿਤੀ ਸੁਧਰੀ ਹੈ। ਪਰ ਇਸ ਦੇ ਬਾਵਜੂਦ 59 ਸੀਟਾਂ ਕਿਹੜੀ ਪਾਰਟੀ ਲੈ ਸਕੂਗੀ, ਇਹਦੇ ਬਾਰੇ ਸਸਪੈਂਸ ਬਣਿਆ ਹੋਇਆ, ਇਹਦੇ ਬਾਰੇ ਭੇਤ ਬਣਿਆ ਹੋਇਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ 117 ਵਿਧਾਨ ਸਭਾ ਸੀਟਾਂ ਦੇ ਲਈ 71.95 ਯਾਨੀ ਕਿ ਲਗਭਗ 72% ਦੀ ਵੋਟਾਂ ਪਈਆਂ ਨੇ। ਮਾਲਵੇ ਦੇ ਵਿੱਚ ਬੰਪਰ ਵੋਟਿੰਗ ਹੋਈ ਹੈ, ਇਹਦਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਇਹਦਾ ਫਾਇਦਾ ਨਜ਼ਰ ਆ ਰਿਹਾ, ਪਰ ਉਹਨਾਂ ਦੇ ਲਈ ਵੀ ਅਕਾਲੀ ਦਲ ਇੱਥੇ ਚੁਣੌਤੀ ਬਣੇਗਾ। ਦੁਆਬੇ ਵਿੱਚ ਕਾਂਗਰਸ ਦੇ ਪਹਿਲੇ ਦਲਿਤ ਭਾਈਚਾਰੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਵਾਲਾ ਫੈਕਟਰ ਚੱਲਿਆ, ਪਰ ਮਾਝੇ ਦੇ ਵਿੱਚ ਮੁਕਾਬਲਾ ਫਸਿਆ ਹੋਇਆ।
ਇਹਦੇ ਵਿੱਚੋਂ ਕੁਝ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ, ਜਦਕਿ ਬਹੁਤੀਆਂ ਦੇ ਉੱਤੇ ਅਕਾਲੀ ਦਲ ਤੇ ਕਾਂਗਰਸ ਦੇ ਦਰਮਿਆਨ ਹੀ ਮੁਕਾਬਲਾ ਰਿਹਾ। ਜੇ ਗਿੱਦੜਬਾਹੇ ਦੀ ਗੱਲ ਕਰਦੇ ਆ ਤਾਂ ਇੱਥੇ ਲਗਭਗ 85% ਦੀ ਵੋਟਿੰਗ ਹੋਈ ਹੈ। ਲੰਬੀ ਦੇ ਵਿੱਚ ਲਗਭਗ 81% ਦੀ, ਗੁਰੂ ਹਰਸਹਾਏ ਦੇ ਵਿੱਚ 81% ਦੀ ਵੋਟਾਂ ਪਈਆਂ ਨੇ, ਤਲਵੰਡੀ ਸਾਬੋ ਦੇ ਵਿੱਚ ਲਗਭਗ ਪੌਣੇ 84% ਦੀ ਵੋਟਿੰਗ ਹੋਈ ਹੈ, ਸਰਦੂਲਗੜ੍ਹ ਦੇ ਵਿੱਚ ਲਗਭਗ 83.5, ਬੁਢਲਾਡਾ ਦੇ ਵਿੱਚ ਲਗਭਗ 81% ਦੀ ਵੋਟਾਂ ਪਈਆਂ ਨੇ। ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿਸੇ ਥਾਂ ਦੇ ਉੱਤੇ 2% ਦੀ ਵੱਧ, ਕਿਤੇ 1.5% ਦੀ ਘੱਟ ਵੋਟਾਂ ਪਈਆਂ ਨੇ। ਸਭ ਤੋਂ ਵੱਧ ਸੀਟਾਂ ਪੰਜਾਬ ਦੇ ਵਿੱਚ ਮਾਲਵਾ ਖੇਤਰ ਦੀਆਂ ਨੇ, ਯਾਨੀ ਕਿ 69 ਸੀਟਾਂ। ਇੱਥੇ ਸਭ ਤੋਂ ਵੱਧ ਵੋਟਿੰਗ ਵੀ ਹੋਈ ਹੈ। ਇਹਦਾ ਸਿੱਧਾ ਮਤਲਬ ਐਂਟੀ ਇਨਕੰਬੈਂਸੀ ਹੈ। ਪਿਛਲੀ ਵਾਰ ਕਾਂਗਰਸ ਨੇ ਇੱਥੋਂ 40 ਸੀਟਾਂ ਜਿੱਤੀਆਂ ਸਨ। ਇਸ ਵਾਰ ਨੁਕਸਾਨ ਹੋ ਸਕਦਾ ਹੈ। ਦੁਆਬੇ ਦੇ ਵਿੱਚ 23 ਸੀਟਾਂ ਨੇ। ਇੱਥੇ ਕਾਂਗਰਸ ਫਾਇਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਚੰਨੀ ਫੈਕਟਰ ਖੂਬ ਚੱਲਿਆ। ਪਿਛਲੀ ਵਾਰ 15 ਸੀਟਾਂ ਕਾਂਗਰਸ ਨੇ ਇੱਥੋਂ ਜਿੱਤੀਆਂ ਸਨ। ਮਾਝੇ ਵਿੱਚ ਕਾਂਗਰਸ ਦੇ ਵੱਡੇ ਚਿਹਰਿਆਂ ਨੇ ਚੋਣ ਲੜੀ ਹੈ। ਪਿਛਲੀ ਵਾਰ 25 ਵਿੱਚੋਂ 22 ਸੀਟਾਂ ਦੇ ਉੱਤੇ ਕਾਂਗਰਸੀ ਉਮੀਦਵਾਰ ਜਿੱਤੇ ਸਨ, ਪਰ ਐਤਕੀ ਅੰਕੜਾ ਘੱਟ ਹੋਵੇਗਾ। ਮਾਲਵੇ ਦੇ ਵਿੱਚ ਬੰਪਰ ਵੋਟਿੰਗ ਹੋਈ, ਇਹਦੇ ਕਰਕੇ ਆਮ ਆਦਮੀ ਪਾਰਟੀ ਦੀਆਂ ਸੀਟਾਂ ਵੱਧ ਸਕਦੀਆਂ ਨੇ। ਐਂਟੀ ਇਨਕੰਬੈਂਸੀ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਵੱਧ ਮਿਲਣ ਦੀ ਸੰਭਾਵਨਾ ਹੈ। ਵਧੀ ਹੋਈ ਵੋਟਿੰਗ ਵੀ ਬਦਲਾਅ ਮੰਨੀ ਜਾਂਦੀ ਹੈ। ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਇਸ ਵਾਰ ਅਕਾਲੀ ਦਲ ਦੇ ਮਜ਼ਬੂਤ ਹੋਣ ਨਾਲ ਐਂਟੀ ਇਨਕੰਬੈਂਸੀ ਦਾ ਵੋਟ ਵੰਡਿਆ ਜਾਏਗਾ ਅਤੇ ਉਹਦੇ ਨਾਲ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1% ਫਾਇਦਾ ਨਹੀਂ ਹੋਵੇਗਾ। ਦੁਆਬੇ ਵਿੱਚ ਕੁਝ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਅਸਰ ਹੈ, ਪਰ ਬਹੁਤਾ ਨਹੀਂ। ਮਾਝੇ ਦੇ ਵਿੱਚ 3-4 ਸੀਟਾਂ ਦੇ ਉੱਤੇ ਪਾਰਟੀ ਬੇਹੱਦ ਮੁਕਾਬਲੇ ਦੇ ਵਿੱਚ ਹੈ। ਇੱਥੇ ਫਾਇਦਾ ਵੀ ਹੋ ਸਕਦਾ ਹੈ। ਅਕਾਲੀ ਦਲ ਪਿਛਲੀ ਵਾਰ ਬੇਅਦਬੀ ਦੇ ਮੁੱਦੇ ਕਰਕੇ ਹਾਸ਼ੀਏ 'ਤੇ ਚਲਾ ਗਿਆ ਸੀ, ਪਰ ਐਤਕੀ ਇਹ ਕੁਝ ਦੇਖਣ ਨੂੰ ਘੱਟ ਮਿਲਿਆ। ਮਾਲਵੇ ਦੇ ਵਿੱਚ ਅਕਾਲੀ ਦਲ ਮਜ਼ਬੂਤ ਹੋ ਕੇ ਉੱਭਰ ਸਕਦਾ ਹੈ। ਮਾਝੇ ਵਿੱਚ ਵੀ ਅਕਾਲੀ ਦਲ ਦੇ ਵੱਡੇ ਚਿਹਰੇ ਸੀਟ ਕੱਢ ਸਕਦੇ ਨੇ, ਕਿਉਂਕਿ ਇੱਥੇ ਉਨੀ ਹੀ ਵੋਟਿੰਗ ਹੋਈ ਹੈ ਜਿੰਨੀ ਕਿ ਹਰ ਵਾਰ ਜਿੱਤ ਹਾਰ ਦੇ ਵਿੱਚ ਬਦਲਦੀ ਹੈ। ਦੁਆਬੇ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਅਕਾਲੀ ਦਲ ਦੇ ਮਜ਼ਬੂਤ ਕੈਂਡੀਡੇਟ ਨੇ, ਉਹਨਾਂ ਦਾ ਫਾਇਦਾ ਮਿਲੇਗਾ। ਸ਼ਹਿਰੀ ਖੇਤਰ ਦੇ ਵਿੱਚ ਅਕਾਲੀ ਦਲ ਦੀ ਹਾਲਤ ਪਤਲੀ ਹੈ ਕਿਉਂਕਿ ਭਾਜਪਾ ਨਾਲ ਨਹੀਂ। ਅਕਾਲੀ ਦਲ ਨੇ ਖੁਦ ਹੀ ਆਪਣੀ ਛਵੀ ਯਾਨੀ ਕਿ ਅਕਸ ਪੰਥਕ ਪਾਰਟੀ ਵਾਲਾ ਬਣਾਇਆ ਤਾਂ ਸ਼ਹਿਰੀ ਵੋਟਰ ਦੂਰ ਹੀ ਰਿਹਾ। ਕੈਪਟਨ ਭਾਜਪਾ ਗੱਠਜੋੜ ਦੀ ਗੱਲ ਕਰੀਏ ਤਾਂ ਸ਼ਹਿਰੀ ਸੀਟਾਂ ਦੇ ਉੱਤੇ ਬੰਪਰ ਵੋਟਿੰਗ ਨਹੀਂ ਹੋਈ, ਪਰ ਐਤਕੀ ਭਾਜਪਾ ਹੈਰਾਨ ਜ਼ਰੂਰ ਕਰ ਸਕਦੀ ਹੈ। ਇੱਥੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਬਹੁਤਾ ਆਧਾਰ ਨਹੀਂ। ਕਾਂਗਰਸ ਨਾਲ ਨਾਰਾਜ਼ਗੀ ਹੋਈ ਤਾਂ ਵੋਟ ਭਾਜਪਾ ਦੇ ਖਾਤੇ ਵਿੱਚ ਗਿਆ ਮੰਨਿਆ ਜਾਵੇਗਾ। ਡੇਰੇ ਦੇ ਸਮਰਥਨ ਦਾ ਵੀ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ। ਮਲਟੀ ਕਾਰਨਰ ਮੁਕਾਬਲੇ ਦੇ ਵਿੱਚ ਹਾਰ ਜਿੱਤ ਦਾ ਅੰਤਰ ਘੱਟ ਹੋਵੇਗਾ, ਸੋ ਐਤਕੀ ਥੋੜ੍ਹੇ ਜਿਹੇ ਮਾਰਜਨ ਦੇ ਨਾਲ ਕਈ ਉਮੀਦਵਾਰ ਜਿੱਤਣਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਬੀਜੇਪੀ ਮਗਰੋਂ ਆ ਕੇ ਐਤਕੀ ਮੁਕਾਬਲੇ ਦੇ ਵਿੱਚ ਸ਼ਹਿਰੀ ਖੇਤਰ ਦੇ ਵਿੱਚ ਆਈ ਹੈ, ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ। ਇਹ ਬੀਜੇਪੀ ਦੀ ਇੱਕ ਪ੍ਰਾਪਤੀ ਮੰਨ ਲਗੇ, ਕਿਉਂਕਿ ਲੋਕ ਇਹ ਗੱਲ ਕਹਿ ਰਹੇ ਸੀ ਕਿ ਇਹਨਾਂ ਨੂੰ 117 ਬੰਦੇ ਕਿਵੇਂ ਲੱਭਣਗੇ। ਪਰ ਜੇ ਮੰਨ ਲਓ ਇਹਨਾਂ ਨੂੰ 15 ਸੀਟਾਂ ਵੀ ਆਉਂਦੀਆਂ, ਮੰਨ ਲਓ 12 ਸੀਟਾਂ ਵੀ ਆਉਂਦੀਆਂ, ਤਾਂ ਮਤਲਬ ਇਹ ਹੈ ਕਿ ਬੀਜੇਪੀ ਆਪਣੇ ਮਿਸ਼ਨ ਦੇ ਵਿੱਚ ਸਫਲ ਹੈ। ਇਸ ਵਕਤ ਇਹ ਗੱਲ ਮੰਨੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਬਣਨੀ। ਬਹੁ ਗਿਣਤੀ ਲੋਕਾਂ ਦੀ ਇਹ ਰਾਏ ਆ। ਵੈਸੇ ਜਿਹੜੀ ਪਾਰਟੀ ਨਾਲ ਜੁੜਿਆ ਹੋਇਆ ਉਹ ਇਹ ਗੱਲ ਕਹਿੰਦਾ ਵੀ ਸਾਡੀ ਸਰਕਾਰ ਪੱਕੀ ਹੈ, ਗੱਲ ਵੱਟ 'ਤੇ ਹੀ ਪਈ ਹੈ, ਰਸਮੀ ਐਲਾਨ ਹੋਣਾ ਬਾਕੀ ਹੈ। ਪਰ ਰਾਜਨੀਤਿਕ ਮਾਹਰ ਇਹ ਗੱਲ ਕਹਿੰਦੇ ਆ ਵੀ ਐਤਕੀ ਸੰਭਾਵਨਾ ਇਸ ਗੱਲ ਦੀ ਵੱਧ ਹੈ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਨਾ ਬਣੇ। ਅਤੇ ਮੰਨ ਲਓ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਤਾਂ ਉਸ ਤੋਂ ਬਾਅਦ ਇੱਕ ਨਵਾਂ ਕਜੀਆ ਪਊਗਾ ਵੀ ਕਿਹਦੇ ਨਾਲ ਗੱਠਜੋੜ ਕਰਨਾ। ਜੇ ਮੰਨ ਲਓ ਬੀਜੇਪੀ ਅਤੇ ਅਕਾਲੀ ਦਲ ਦਾ ਗੱਠਜੋੜ ਹੋ ਜਾਂਦਾ, ਕੀ ਮਿਲ ਕੇ ਵੀ 59 ਸੀਟਾਂ ਦੇ ਨੇੜੇ ਪਹੁੰਚਣਗੇ? ਜੇ ਮੰਨ ਲਓ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਦਾ ਤਾਂ ਕੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਕਰ ਸਕੂਗੀ? ਇੱਦਾਂ ਦੀਆਂ ਸੰਭਾਵਨਾਵਾਂ ਘੱਟ ਹੈ, ਕਿਉਂਕਿ ਮੰਨ ਲਓ ਕਾਂਗਰਸ ਨੇ ਅਤੇ ਆਮ ਆਦਮੀ ਪਾਰਟੀ ਨੇ ਗੱਠਜੋੜ ਕਰਨਾ ਹੋਇਆ ਤਾਂ ਫਿਰ ਮੁੱਖ ਮੰਤਰੀ ਚਿਹਰੇ ਦਾ ਰੌਲਾ ਪਊ। ਇੱਕ ਧਿਰ ਨੇ ਕਹਿਣਾ ਸਾਡਾ ਹੋਊ, ਦੂਜੇ ਧਿਰ ਨੇ ਕਹਿਣਾ ਸਾਡਾ ਹੋਊ। ਨਾ ਇਹ ਹੋ ਸਕਦਾ ਵੀ 2.5 ਸਾਲ ਦੇ ਲਈ ਮੁੱਖ ਮੰਤਰੀ ਬਣਾਇਆ ਜਾਵੇ। ਪਰ ਜੇਕਰ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਦਾ ਤਾਂ ਇਹਦੇ ਨਾਲ ਬੀਜੇਪੀ ਦੇ ਲਈ ਆਉਂਦਾ ਸਮਾਂ ਬਹੁਤ ਵਧੀਆ ਖੁਸ਼ਗਵਾਰ ਮੰਨਿਆ ਜਾ ਰਿਹਾ। ਮੰਨ ਲਓ ਪੰਜਾਬ ਦੇ ਵਿੱਚ ਗਵਰਨਰ ਰਾਜ ਲਾਗੂ ਹੋ ਜਾਂਦਾ, ਮੰਨ ਲਓ, ਪਰ ਉਸ ਤੋਂ ਬਾਅਦ ਕਿਹੜੀ ਧਿਰ ਦਾ ਨੁਕਸਾਨ ਹੋਊਗਾ, ਕਿਹੜੀ ਧਿਰ ਦਾ ਫਾਇਦਾ ਹੋਊਗਾ? ਲੋਕ ਇਸ ਵਕਤ ਗਿਣਤੀਆਂ ਮਿਣਤੀਆਂ ਦੇ ਵਿੱਚ ਲੱਗੇ ਹੋਏ ਆ। ਪਰ ਅਮਿਤ ਸ਼ਾਹ ਜਿਹੜੇ ਕਿ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਹੈ, ਉਹਨਾਂ ਨੇ ਕਿਹਾ ਜੀ ਕਿ ਸਾਨੂੰ ਲੋਕਾਂ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ। ਪੰਜਾਬ ਦੇ ਲੋਕਾਂ ਦੇ ਲਈ ਸਾਡੀ ਸਰਕਾਰ ਕੇਂਦਰ ਦੀ ਬਹੁਤ ਕੁਝ ਕਰਨਾ ਲੋਚਦੀ ਹੈ, ਬਹੁਤ ਕੁਝ ਕਰਨਾ ਸੋਚਦੀ ਹੈ ਅਤੇ ਪੰਜਾਬ ਦੇ ਲੋਕ ਇਸ ਵੇਲੇ ਬੀਜੇਪੀ ਦੇ ਵੱਲ ਆਸ ਭਰੀ ਨਜ਼ਰ ਨਾਲ ਦੇਖ ਰਹੇ ਆ। ਭਗਵੰਤ ਮਾਨ ਹੋਰਾਂ ਦਾ ਇਹ ਕਹਿਣਾ ਕਿ ਸਾਨੂੰ ਬਹੁਮਤ ਮਿਲ ਹੀ ਜਾਣਾ, ਸਰਕਾਰ ਸਾਡੀ ਪਾਰਟੀ ਦੀ ਹੀ ਬਣਨੀ ਆ। ਉਧਰੋਂ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਇਹ ਕਹਿਣਾ ਕਿ ਸਿਰਫ ਰਸਮੀ ਐਲਾਨ ਹੋਣਾ ਬਾਕੀ ਹੈ, ਸਰਕਾਰ ਸਾਡੀ ਬਣ ਜਾਣੀ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗੱਲ ਕਹੀ ਹੈ ਵੀ ਐਤਕੀ ਅਸੀਂ ਬਸਪਾ ਨਾਲ ਗੱਠਜੋੜ ਕਰਕੇ ਬਹੁਤ ਮਿਹਨਤ ਦੇ ਨਾਲ ਲੋਕਾਂ ਨੇ ਦਿਲ ਜਿੱਤੇ ਆ, ਸਰਕਾਰ ਸਾਡੀ ਹੀ ਬਣਨੀ ਹੈ। ਸਮਾਂ ਬਿਆਨ ਕਰੂਗਾ ਕਿ ਕਿਸੇ ਦੀ ਵੀ ਸਰਕਾਰ ਨਹੀਂ ਬਣਦੀ, ਜਾਂ ਕਿਸੇ ਦੀ ਗੱਠਜੋੜ ਕਰਕੇ ਬਣਦੀ ਹੈ, ਜਾਂ ਕਿਸੇ ਨੂੰ ਬਹੁਮਤ ਮਿਲਦਾ। ਪਰ ਹਰ ਕੋਈ ਇਸ ਵੇਲੇ ਆਪਣੇ ਆਪਣੇ ਅੰਦਾਜ਼ੇ ਲਾ ਰਿਹਾ, ਜਿਹਨੂੰ ਤੁੱਕੇ ਕਹੀਏ
ਜਾਂ ਮੌਕੇ ਦੇ ਉੱਤੇ ਤੀਰ ਬਣੂਗਾ, ਇਹ ਸਮਾਂ ਬਿਆਨ ਕਰੂਗਾ। ਪੰਜਾਬ ਦੇ ਵਿੱਚ ਸੁਪਰ ਹੌਟ ਸੀਟਾਂ ਨੇ ਜਿਹੜੀਆਂ 1 ਦਰਜਨ ਦੇ ਕਰੀਬ ਇੰਨੀਆਂ ਹੌਟ ਸੀਟਾਂ ਵੀ ਜਿਨ੍ਹਾਂ ਦੇ ਵੱਲ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੀ ਨਿਗਾਹ ਟਿਕੀ ਹੋਈ ਹੈ। ਵੈਸੇ ਤਾਂ ਇਹ ਵੀ ਗੱਲ ਸੱਚੀ ਹੈ ਕਿ ਹਰ ਕਿਸੇ ਨੂੰ ਆਪਣਾ ਖੇਤਰ, ਆਪਣਾ ਹਲਕਾ ਹੌਟ ਲੱਗਦਾ। ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਪੰਜਾਬੀ ਭੈਣ ਵੀਰ ਬੈਠੇ ਆ, ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੇ ਹਲਕੇ ਦੇ ਵਿੱਚ ਕੌਣ ਜਿੱਤੂ, ਸਾਡੇ ਹਲਕੇ ਦੇ ਵਿੱਚ ਵੋਟਾਂ ਕਿਵੇਂ ਪਈਆਂ, ਕਿਹੜਾ ਉਮੀਦਵਾਰ ਅੱਗੇ ਤੇ ਕਿਹੜਾ ਉਮੀਦਵਾਰ ਪਿੱਛੇ ਆ। ਮੁਕੰਮਲ ਜਾਣਕਾਰੀ ਤਾਂ ਆਊਗੀ 10 ਮਾਰਚ ਨੂੰ ਹੀ ਬਾਹਰ। ਸਭ ਕੁਝ ਪਤਾ ਲੱਗ ਜਾਣਾ ਦੁਪਹਿਰ ਦੇ 12 ਵਜੇ ਤੱਕ ਵੀ ਕੌਣ ਹਾਰ ਗਿਆ, ਕਿਹਦੀ ਧੋਬੀ ਪਟਕਾ ਲੱਗਾ ਤੇ ਕਿਹੜਾ ਝੰਡੀ ਲੈ ਕੇ ਚਲਾ ਗਿਆ। ਪਰ ਜਿਹੜੀਆਂ ਸੁਪਰ ਹੌਟ ਸੀਟਾਂ ਪੰਜਾਬ ਦੀਆਂ, ਉਹਦੇ ਵਿੱਚ ਇੱਕ ਲੰਬੀ ਵਾਲੀ ਸੀਟ ਹੈ। ਇਹ ਲੰਬੀ ਵਾਲੀ ਸੀਟ ਦੇ ਵਿੱਚ ਐਤਕੀ ਵੱਡੇ ਬਾਦਲ ਸਾਹਿਬ ਆ ਜਿਹੜੇ, ਉਹਨਾਂ ਨੂੰ ਬਹੁਤ ਤਾਣ ਲਾਉਣਾ ਪਿਆ। ਉਮਰ ਦੇ ਇਸ ਮੋੜ ਦੇ ਉੱਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਪਾਰਟੀ ਨੇ ਜੋ ਫੈਸਲਾ ਕੀਤਾ ਤੇ ਪਾਰਟੀ ਨੂੰ ਮੇਰੀ ਲੋੜ ਜਾਪੀ ਤੇ ਮੈਂ ਪਾਰਟੀ ਦਾ ਕਦੇ ਇਨਕਾਰ ਨਹੀਂ ਕਰ ਸਕਿਆ ਤੇ ਇਸ ਕਰਕੇ ਮੈਂ ਚੋਣ ਲੜੀ ਆ ਤੇ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਰਹਿਣਾ। ਜਦ ਕਿ ਦੂਜੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸੁਪੁੱਤਰ ਹੈ, ਉਹਨਾਂ ਦੇ ਨਾਲ ਤਿੱਖਾ ਮੁਕਾਬਲਾ ਆਮ ਆਦਮੀ ਪਾਰਟੀ ਦਾ ਤੇ ਤਕੜੀ ਦਾ ਯਾਨੀ ਕਿ ਮੁਕਾਬਲਾ ਹੋਇਆ। ਉਹਦਾ ਕਾਂਗਰਸ ਦਾ ਉਮੀਦਵਾਰ ਵੀ ਮੈਦਾਨ ਦੇ ਵਿੱਚ ਹੈ, ਪਰ ਮੁੱਖ ਤੌਰ ਦੇ ਉੱਤੇ ਮੁਕਾਬਲਾ ਇਹਨਾਂ ਦੋਹਾਂ ਉਮੀਦਵਾਰਾਂ ਦੇ ਵਿੱਚ ਹੀ ਹੈ। ਕੌਣ ਜਿੱਤੂ, ਕੌਣ ਹਾਰੂ, ਲੋਕਾਂ ਦੀ ਰਾਏ ਜੋ ਮਰਜ਼ੀ ਹੋਵੇ, ਪਰ ਅਸੀਂ ਨਹੀਂ ਇਹ ਗੱਲ ਕਹਿੰਦੇ ਕਿ ਫਲਾਣਾ ਜਿੱਤੂਗਾ ਤੇ ਫਲਾਣਾ ਪੱਕਾ ਹੀ ਹਾਰੂਗਾ। ਇਹ ਸਮੇਂ ਨੇ ਬਿਆਨ ਕਰਨਾ। ਬਿਲਕੁਲ ਇਸੇ ਤਰੀਕੇ ਦੇ ਨਾਲ ਕੀ ਕੈਪਟਨ ਅਮਰਿੰਦਰ ਸਿੰਘ ਕੱਟਾ ਦਾਨ ਕਰਨ ਦੇ ਬਾਵਜੂਦ ਜਿੱਤਣਗੇ, ਇਹਦੇ ਬਾਬਤ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਆ। ਕਈ ਲੋਕ ਇਹ ਗੱਲ ਕਹਿੰਦੇ ਵੀ ਸ਼ਹਿਰੀ ਖੇਤਰ ਦੀ ਸੀਟ ਆ ਪਟਿਆਲੇ ਦੀ, ਉਹਨਾਂ ਦੇ ਸਾਹਮਣੇ ਕੁਝ ਕੁ ਕਮਜ਼ੋਰ ਉਮੀਦਵਾਰ ਵੀ ਸੀ, ਸ਼ਾਇਦ ਉਹ ਆਪਣੀ ਸੀਟ ਕੱਢ ਲੈਣ। ਪਰ ਕੀ ਉਹ ਪੰਜਾਬ ਲੋਕ ਕਾਂਗਰਸ ਜਿਹੜੀ ਉਹਨਾਂ ਦੀ ਪਾਰਟੀ ਹੈ, ਉਹਦੇ ਬਾਕੀ ਉਮੀਦਵਾਰਾਂ ਵਿੱਚੋਂ ਵੀ 2-4 ਸੀਟਾਂ ਕੱਢ ਸਕਣਗੇ, ਇਹ ਸਮੇਂ ਨੇ ਬਿਆਨ ਕਰਨਾ। ਸੋ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰਦੇ ਹਾਂ ਧੂਰੀ ਦੀ ਸੀਟ ਦੀ, ਉੱਥੇ ਭਗਵੰਤ ਮਾਨ ਤੇ ਦਲਬੀਰ ਗੋਲਡੀ ਦਾ ਬੜਾ ਤਿੱਖਾ ਮੁਕਾਬਲਾ। ਦਲਬੀਰ ਗੋਲਡੀ ਸਿਟਿੰਗ ਐਮਐਲਏ ਆ, ਭਗਵੰਤ ਮਾਨ ਸੀਐਮ ਚਿਹਰਾ ਆਮ ਆਦਮੀ ਪਾਰਟੀ ਦਾ। ਲੋਕ ਦੋਵਾਂ ਹਿੱਸਿਆਂ ਦੇ ਵਿੱਚ ਵੰਡੇ ਹੋਏ ਆ। ਕੋਈ ਕਹਿੰਦਾ ਭਗਵੰਤ ਮਾਨ ਜਿੱਤੂ, ਕੋਈ ਕਹਿੰਦਾ ਜੀ ਕਿ ਦਲਬੀਰ ਗੋਲਡੀ ਜਿੱਤੂ। ਇਹ ਸਮੇਂ ਨੇ ਬਿਆਨ ਕਰਨਾ। ਪਰ ਭਗਵੰਤ ਮਾਨ ਦੀ ਸਰਗਰਮੀ, ਭਗਵੰਤ ਮਾਨ ਦੀ ਊਰਜਾ ਤੇ ਭਗਵੰਤ ਮਾਨ ਦੀ ਖਿੱਚ ਇੱਥੇ ਬਾਕੀ ਖੇਤਰਾਂ ਦੇ ਨਾਲੋਂ ਵੱਧ ਸੀ, ਕਿਉਂਕਿ ਧੂਰੀ ਦੇ ਵਿੱਚ ਜਾ ਕੇ ਜਦੋਂ ਭਗਵੰਤ ਦੇ ਵੱਲੋਂ ਚੋਣ ਲੜੀ ਗਈ ਹੈ ਤਾਂ ਸਭ ਦਾ ਧਿਆਨ ਇੱਧਰਲੇ ਪਾਸੇ ਕੇਂਦਰਿਤ ਹੋ ਗਿਆ। ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਈਸਟ ਦੇ ਵੱਲ, ਸੁਲਤਾਨਪੁਰ ਲੋਧੀ ਦੇ ਵੱਲ, ਕਪੂਰਥਲਾ ਦੇ ਵੱਲ, ਜੇ ਅਸੀਂ ਗੱਲ ਕਰਦੇ ਮਾਨਸੇ ਦੇ ਵੱਲ, ਬਠਿੰਡਾ ਸ਼ਹਿਰੀ ਦੇ ਵੱਲ, ਇਹਨਾਂ ਸੀਟਾਂ ਦੇ ਵੱਲ ਵੀ ਲੋਕਾਂ ਦੇ ਧਿਆਨ ਟਿਕੇ ਰਹੇ ਆ। ਅਮਰਗੜ੍ਹ ਦੀ ਸੀਟ ਦੇ ਵੱਲ ਧਿਆਨ ਟਿਕਿਆ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਸੁਪਰ ਹੌਟ ਸੀਟਾਂ ਦੇ ਉੱਤੇ ਕੌਣ ਜਿੱਤੂ, ਕੌਣ ਹਾਰੂ, ਇਸ ਗੱਲ ਦੇ ਉੱਤੇ ਸ਼ਰਤਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ। ਕੀ ਐਤਕੀ ਭਗਵੰਤ ਮਾਨ ਜਿੱਤੂ ਜਾਂ ਦਲਬੀਰ ਗੋਲਡੀ, ਇਸ ਗੱਲ ਦੇ ਉੱਤੇ ਕਈ ਲੋਕਾਂ ਦੇ ਵੱਲੋਂ 2-2 ਲੱਖ ਰੁਪਏ ਦੀ ਸ਼ਰਤ ਲਾਈ ਗਈ ਹੈ। ਕੀ ਐਤਕੀ ਅਮਰਗੜ੍ਹ ਖੇਤਰ ਤੋਂ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਹੈ, ਉਹ ਜਿੱਤਣ ਦੇ ਵਿੱਚ ਕਾਮਯਾਬ ਹੋ ਸਕਣਗੇ, ਇਸ ਗੱਲ ਉੱਤੇ ਵੀ ਸ਼ਰਤਾਂ ਲੱਗੀਆਂ ਨੇ। ਕਿਉਂਕਿ ਨੌਜਵਾਨ ਆਗੂ ਦੀਪ ਸਿੱਧੂ ਦੇ ਤੁਰ ਜਾਣ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਨੌਜਵਾਨ ਵਰਗ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਹੱਕ ਦੇ ਵਿੱਚ ਭੁਗਤਿਆ। ਪਰ ਜੋ ਸੋਸ਼ਲ ਮੀਡੀਆ ਦੇ ਉੱਤੇ ਲਹਿਰ ਚੱਲੀ, ਕਿ ਉਹ ਵੋਟਾਂ ਦੇ ਰੂਪ ਦੇ ਵਿੱਚ ਵੀ ਤਬਦੀਲ ਹੋਈ, ਇਹ 10 ਮਾਰਚ ਨੂੰ ਹੀ ਪਤਾ ਲੱਗੇਗਾ। ਸਭ ਤੋਂ ਵੱਧ ਗਰਮ ਸੀਟ ਅੰਮ੍ਰਿਤਸਰ ਈਸਟ ਮੰਨੀ ਜਾਂਦੀ ਹੈ, ਜਿੱਥੇ ਕਿ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਮੁਕਾਬਲੇ ਦੇ ਵਿੱਚ ਨੇ ਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾਕਟਰ ਜੀਵਨਜੋਤ ਕੌਰ ਹੈ। ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਜਿੱਤਣਗੇ ਤੇ ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਸ਼ਹਿਰੀ ਖੇਤਰ ਦੀ ਸੀਟ ਹੋਣ ਕਰਕੇ ਇੱਥੇ ਨਵਜੋਤ ਸਿੰਘ ਸਿੱਧੂ ਦੇ ਜਿੱਤਣ ਦੇ ਅਸਾਰ ਵੱਧ ਨਜ਼ਰ ਆ ਰਹੇ ਨੇ। ਜੇਕਰ ਗੱਲ ਸੁਲਤਾਨਪੁਰ ਲੋਧੀ ਖੇਤਰ ਦੀ ਕੀਤੀ ਜਾਵੇ ਤਾਂ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਪਣੇ ਪੁੱਤ ਨੂੰ ਯਾਨੀ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਇੱਥੋਂ ਖੜਾ ਕੀਤਾ ਗਿਆ ਤੇ ਮੁਕਾਬਲੇ ਦੇ ਵਿੱਚ ਕਾਂਗਰਸ ਦੇ ਸਿਟਿੰਗ ਐਮਐਲਏ ਨਵਤੇਜ ਸਿੰਘ ਚੀਮਾ ਨੇ, ਇਹਨਾਂ ਦੋਹਾਂ ਦੇ ਵਿੱਚੋਂ ਕੌਣ ਜਿੱਤ ਸਕੇਗਾ, ਇਹਦੇ ਉੱਤੇ ਵੀ ਸ਼ਰਤਾਂ ਲੱਗੀਆਂ ਹੋਈਆਂ ਨੇ। ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਦੀਆਂ 1 ਦਰਜਨ ਦੇ ਕਰੀਬ ਸੀਟਾਂ ਇਹੋ ਜਿਹੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਚਾਈ ਸ਼ਰਤਾਂ ਲਾਈਆਂ ਗਈਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੁਝ ਕੁ ਲੋਕਾਂ ਨੇ ਇਹ ਸ਼ਰਤਾਂ ਲਾਈਆਂ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਬਣੂਗਾ। ਕੁਝ ਕੁ ਲੋਕ ਇਸ ਗੱਲ ਦੇ ਉੱਤੇ ਸ਼ਰਤਾਂ ਲਾ ਕੇ ਸਵਾਦ ਲੈ ਰਹੇ ਆ, ਮਜ਼ੇ ਲੈ ਰਹੇ ਆ ਕਿ ਐਤਕੀ ਸਰਕਾਰ ਬਣੂ ਕਿਸੇ ਦੀ ਬਹੁਮਤ ਦੇ ਨਾਲ ਜਾਂ ਲੰਗੜੀ ਬਣੂਗੀ। ਕੁਝ ਕੁ ਲੋਕ ਇਸ ਗੱਲ ਦੇ ਉੱਤੇ ਸ਼ਰਤ ਲਾ ਰਹੇ ਆ ਕਿ ਫਲਾਣਾ ਉਮੀਦਵਾਰ ਜਿੱਤੂਗਾ ਜਾਂ ਫਿਰ ਫਲਾਣਾ ਜਿੱਤੂਗਾ। ਸੋ ਇਹਨਾਂ ਦੇ ਵਿੱਚੋਂ ਕਿਹਦੀ ਝੋਲੀ ਦੇ ਵਿੱਚ ਜਿੱਤ ਪੈਂਦੀ ਹੈ, ਕੌਣ ਸ਼ਰਤ ਹਾਰਦਾ ਤੇ ਕੌਣ ਸ਼ਰਤ ਜਿੱਤਦਾ, ਇਹ ਤਾਂ ਸਮਾਂ ਬਿਆਨ ਕਰੂਗਾ। ਪਰ ਇਹ ਸਾਡੀ ਦਿਲਚਸਪੀ ਦਾ ਇੱਕ ਹਿੱਸਾ, ਪੰਜਾਬੀਆਂ ਦਾ ਵੱਡਾ ਹਿੱਸਾ ਇੱਦਾਂ ਕਰਦਾ ਹੀ ਹੁੰਦਾ ਹਰ ਵਾਰ ਚੋਣਾਂ ਦੇ ਮੌਕੇ। ਕਦੇ ਕਦੇ ਤਾਂ ਇਹ ਵੀ ਖਬਰਾਂ ਆਉਂਦੀਆਂ ਰਹੀਆਂ ਪਿੱਛੇ ਜੇ ਵੀ 5-5 ਏਕੜ ਦੀ ਸ਼ਰਤ ਲੱਗ ਗਈ। ਜਦੋਂ 2012 ਦੀਆਂ ਚੋਣਾਂ ਸੀ,
ਉਦੋਂ ਆਪਾਂ ਜਾਣਦੇ ਕਿ ਬਠਿੰਡਾ ਖੇਤਰ ਦੇ ਵੱਲ ਦੋਵਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਮੈਂ ਹਾਰਿਆ, ਇਹ ਜਿੱਤਿਆ, ਮੈਂ 5 ਏਕੜ ਦੇਵਾਂਗਾ। ਸੋ ਇਦਾਂ ਦੀਆਂ ਗੱਲਾਂ ਚੱਲੀਆਂ ਸੀਗੀਆਂ। ਬਾਅਦ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਕੁਝ ਕਹਿ ਨਹੀਂ ਸਕਦੇ। ਪਰ ਜੇਕਰ ਅਸੀਂ ਅੰਮ੍ਰਿਤਸਰ ਈਸਟ ਦੀ ਗੱਲ ਕਰਦੇ ਹਾਂ ਤਾਂ ਵੇਰਕਾ ਦੇ ਸਕੂਲ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਜਦੋਂ ਬਾਹਰ ਨਿਕਲ ਰਹੇ ਸੀ ਪੋਲਿੰਗ ਬੂਥ ਦੇ ਵਿੱਚੋਂ ਜਾਇਜ਼ਾ ਲੈ ਕੇ, ਉਸੇ ਵੇਲੇ ਨਵਜੋਤ ਸਿੰਘ ਸਿੱਧੂ ਅੰਦਰ ਵੜ ਰਹੇ ਸੀ। ਦੋਵਾਂ ਨੇ ਇੱਕ ਦੂਜੇ ਦੇ ਨਾਲ ਕੀ ਹਾਲ ਆ, ਠੀਕ ਆ, ਸਤਿ ਸ਼੍ਰੀ ਅਕਾਲ ਦੀ ਜਿਹੜੀ ਆ ਦੁਆ ਸਲਾਮ ਦੀ ਸਾਂਝ ਪਾਈ ਆ। ਪਰ ਬਾਅਦ ਦੇ ਵਿੱਚ ਸਿੱਧੂ ਸਾਹਿਬ ਫਿਰ ਉਹੀ ਗੱਲਾਂ ਕਰ ਰਹੇ ਆ, ਇਹ ਲੜੂ ਆ, ਮੈਂ ਪਰਵਾਹ ਨਹੀਂ ਕਰਦਾ। ਉਧਰਲੇ ਪਾਸੇ ਬਿਕਰਮ ਸਿੰਘ ਮਜੀਠੀਆ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ। ਉਹ ਕਹਿੰਦੇ ਵੀ ਹੁਣ ਕੁਝ ਝੁਕਿਆ ਲੱਗਦਾ, ਪਰ ਚੰਗੇ ਤਰੀਕੇ ਦੇ ਨਾਲ ਝੁਕੂਗਾ। ਯਾਨੀ ਕਿ ਜਿਸ ਤਰੀਕੇ ਦੀ ਅੰਦਰ ਜੋ ਕੁਝ ਚੱਲ ਰਿਹਾ ਉਹ ਉਹਨਾਂ ਦੀਆਂ ਇਹਨਾਂ ਮੁਲਾਕਾਤਾਂ ਤੋਂ ਬਾਅਦ, ਇਹਨਾਂ 2-3 ਮਿੰਟਾਂ ਦੀਆਂ ਵੀਡੀਓਜ਼ ਤੋਂ ਬਾਅਦ ਸਭ ਕੁਝ ਸਾਹਮਣੇ ਆ ਜਾਂਦਾ। ਅਗਲੀ ਗੱਲ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਕੋਈ ਜਿੱਤੇ ਕੋਈ ਹਾਰੇ, ਪੰਜਾਬ ਨਾ ਹਾਰੇ। ਸਭ ਤੋਂ ਮਹੱਤਵਪੂਰਨ ਗੱਲ ਇਹ ਆ ਵੀ ਨੇਤਾ ਜਿੱਤ ਜਾਂਦੇ ਆ ਤੇ ਪੰਜਾਬ ਦੇ ਵੋਟਰ ਹਾਰ ਜਾਂਦੇ ਆ। ਐਤਕੀ ਪੰਜਾਬ ਦੇ ਵੋਟਰ ਵੀ ਜਿੱਤਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਵੀ ਅੱਗੇ ਆ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੋਰ ਪਾਰਟੀਆਂ ਜਿਹੜੀਆਂ ਅਕਾਲੀ ਦਲ ਵੀ ਅੱਗੇ ਆ ਤੇ ਕਾਂਗਰਸ ਦੇ ਨਾਲ ਵੀ ਤਿੱਖਾ ਮੁਕਾਬਲਾ। ਜਿੱਤਣਾ ਇੱਕ ਹਲਕੇ ਤੋਂ ਇੱਕ ਬੰਦੇ ਨੇ ਤੇ ਮੁਕਾਬਲਾ 13-13, 14-14 ਜਣਿਆਂ ਦੇ ਨਾਲ ਆ। ਸੋ ਸਮਾਂ ਬਿਆਨ ਕਰੂਗਾ ਕਿ ਕੌਣ ਜਿੱਤਦਾ ਕੌਣ ਹਾਰਦਾ, ਕਿਹਦੀ ਸਰਕਾਰ ਬਣੂਗੀ, ਕੌਣ ਸੀਐਮ ਬਣਾਉਣ 'ਚ ਕਾਮਯਾਬ ਹੁੰਦਾ ਤੇ ਕੌਣ ਕਾਮਯਾਬੀ ਤੋਂ ਦੂਰ ਰਹਿੰਦਾ। ਪਰ ਹਰ ਕਿਸੇ ਨੇ ਹਰਬਾ ਹਰ ਕੋਈ ਵਰਤਿਆ, ਹਰ ਕਿਸੇ ਨੇ ਪੂਰਾ ਤਾਣ ਲਾਇਆ, ਹਰ ਕਿਸੇ ਨੇ ਪੂਰੀ ਕੋਸ਼ਿਸ਼ ਕੀਤੀ ਹੈ। ਸਿੱਧਾ ਵੀ ਢੰਗ ਵਰਤਿਆ ਤੇ ਅਸਿੱਧਾ ਵੀ ਵਰਤਿਆ। ਪਰ ਦੇਖੋ ਹੁਣ ਸਿੱਧੀ ਕਿਹਦੀ ਪੈਂਦੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਅਕਾਲੀ ਦਲ ਤੇ ਬੀਜੇਪੀ ਦੇ ਉੱਤੇ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਡੇਰੇ ਦਾ ਸਮਰਥਨ ਇਹ ਲੋਕ ਲੈਂਦੇ ਆ। ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਉਦੋਂ ਕਹੀ ਹੈ ਜਦੋਂ ਮੀਡੀਆ ਦੇ ਵਿੱਚ ਇਹ ਖਬਰ ਆ ਗਈ ਕਿ ਡੇਰਾ ਸਿਰਸਾ ਦੇ ਰਾਜਨੀਤਿਕ ਵਿੰਗ ਦੇ ਵੱਲੋਂ ਇਸ਼ਾਰਾ ਕਰ ਦਿੱਤਾ ਗਿਆ ਕਿ ਸਾਡੇ ਪੈਰੋਕਾਰ, ਸਾਡੇ ਪ੍ਰੇਮੀ ਨੇ ਜਿਹੜੇ, ਉਹ ਬੀਜੇਪੀ ਦੇ ਵੱਲ ਤੇ ਅਕਾਲੀ ਦਲ ਦੇ ਵੱਲ ਵੋਟਾਂ ਪਾ ਰਹੇ। ਹੁਣ ਜਿਹੜੀਆਂ ਇਹ ਵੋਟਾਂ ਪਈਆਂ ਹੋਣਗੀਆਂ, ਜੇਕਰ ਪਈਆਂ ਤਾਂ, ਤੇ ਫਿਰ ਉਸ ਤੋਂ ਬਾਅਦ ਨਤੀਜੇ ਕਿੰਨੇ ਕੁ ਬਦਲਦੇ ਆ ਇਹ ਸਮਾਂ ਬਿਆਨ ਕਰੂਗਾ। ਕਿਉਂਕਿ ਆਪਾਂ ਜਾਣਦੇ ਪਿਛਲੀ ਵਾਰ ਵੀ ਇੱਕ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਪਰ ਉੱਥੇ ਗੱਲ ਨਹੀਂ ਬਣੀ। ਮੈਂ ਕਦੇ ਇਹ ਵੀ ਸੋਚਦਾ ਵੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਹਰਮਿੰਦਰ ਸਿੰਘ ਜੱਸੀ, ਜਿਹੜੇ ਕਿ ਡੇਰਾ ਸਿਰਸਾ ਮੁਖੀ ਦੇ ਰਿਸ਼ਤੇਦਾਰ ਆ, ਉਹ ਇੰਨੇ ਨੰਗੇ ਚਿੱਟੇ ਤੌਰ ਦੇ ਉੱਤੇ ਰਿਸ਼ਤੇਦਾਰ ਵੀ ਆ, ਬਹੁਤ ਨੇੜਲੀ ਰਿਸ਼ਤੇਦਾਰੀ ਵੀ ਆ, ਪਰ ਉਹ ਡੇਰਾ ਪ੍ਰੇਮੀਆਂ ਦੇ ਗੜ੍ਹ ਦੇ ਵਿੱਚ ਵੀ ਆ, ਪਰ ਫਿਰ ਵੀ ਹਾਰ ਜਾਂਦੇ ਆ। ਐਤਕੀ ਉਹ ਆਜ਼ਾਦ ਤੌਰ ਤੇ ਚੋਣ ਲੜ ਰਹੇ ਡੇਰਾ ਪ੍ਰੇਮੀਆਂ ਦੇ ਇੱਕ ਹਿੱਸੇ ਦੇ ਵੱਲੋਂ ਉਹਨਾਂ ਦੀ ਚੋਣ ਕਮਾਨ ਵੀ ਸੰਭਾਲੀ ਗਈ ਹੈ। ਸੋ ਉਹ ਕਿਹੜੇ ਕਾਰਨ ਜਿਹਦੇ ਕਰਕੇ ਜੱਸੀ ਸਾਹਿਬ ਹਾਰ ਜਾਂਦੇ ਆ, ਇਹ ਮਨ ਦੇ ਵਿੱਚ ਕਦੇ ਸਵਾਲ ਜ਼ਰੂਰ ਉੱਠਦਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਤੋਂ ਮਾਲਵਾ ਖੇਤਰ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਵੱਲੋਂ ਸਮਰਥਨ ਲੈਣ ਨਾਲ ਉਹਨਾਂ ਦੀ ਆਪਸੀ ਸਾਂਝ ਜਨਤਕ ਹੋ ਗਈ ਹੈ ਤੇ ਬੇਅਦਬੀ ਲਈ ਜ਼ਿੰਮੇਵਾਰ ਇਹਨਾਂ ਦੋਵਾਂ ਸਹਿਯੋਗੀਆਂ ਨੂੰ ਪੰਜਾਬ ਦੇ ਲੋਕ ਸਬਕ ਸਿਖਾਉਣ ਨੂੰ ਤਿਆਰ ਨੇ। ਮੁੱਖ ਮੰਤਰੀ ਨੇ ਭਗਵਾਨ ਸ਼ਿਵ ਮੰਦਿਰ ਦੇ ਵਿੱਚ ਜਲ ਅਭਿਸ਼ੇਕ ਕਰਨ ਤੇ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਟਵੀਟ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਹਿ ਰਹੇ ਸਨ ਕਿ ਅਕਾਲੀ ਤੇ ਭਾਜਪਾ ਹੀ ਅੰਦਰ ਖਾਤੇ ਮਿਲੇ ਹੋਏ ਨੇ। ਉਹਨਾਂ ਕਿਹਾ ਕਿ ਦੋਵਾਂ ਨੇ ਹੀ ਮਾਲਵਾ ਦੇ ਵਿੱਚ ਡੇਰਾ ਸੱਚਾ ਸੌਦਾ ਤੋਂ ਸਮਰਥਨ ਲਿਆ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰਾਂ ਨੇ ਵੀ ਮਾਲਵਾ ਖੇਤਰ ਦੇ ਵਿੱਚ ਸਮਰਥਨ ਲਿਆ। ਉਹਨਾਂ ਨੇ ਕਿਹਾ ਕਿ ਇਹਨਾਂ ਪਾਰਟੀਆਂ ਵਿੱਚ ਪਾਈ ਜਾ ਰਹੀ ਨਿਰਾਸ਼ਾ ਤੇ ਉਹਨਾਂ ਨੂੰ ਮਿਲ ਰਹੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਬਹੁਮਤ ਨਾਲ ਪੰਜਾਬ ਦੇ ਵਿੱਚ ਮੁੜ ਸਰਕਾਰ ਬਣਾਉਣ ਜਾ ਰਹੀ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ 2/3 ਬਹੁਮਤ ਵੀ ਹਾਸਲ ਕਰ ਸਕਦੀ ਹੈ ਕਿਉਂਕਿ ਸੂਬੇ ਦੇ ਲੋਕਾਂ ਨੇ ਕਦੇ ਵੀ ਅਧੂਰਾ ਫਤਵਾ ਨਹੀਂ ਦਿੱਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਭ ਦੇ ਵੱਲੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਆ। ਸਾਰੇ ਹੀ ਬਹੁਮਤ ਪ੍ਰਾਪਤ ਕਰ ਚੁੱਕੇ ਆ ਕਾਗਜ਼ਾਂ ਦੇ ਵਿੱਚ, ਕਹਿਣ ਦੇ ਵਿੱਚ। ਪਰ ਅਸਲ ਬਹੁਮਤ ਕਿਹਨੂੰ ਮਿਲਦਾ ਇਹ 10 ਤਰੀਕ ਨੂੰ ਪਤਾ ਲੱਗਣਾ। ਉੱਦਾਂ ਚੰਨੀ ਸਾਹਿਬ ਦੀ ਤੇ ਕੇਜਰੀਵਾਲ ਸਾਹਿਬ ਦੀ ਆਪਸ ਦੇ ਵਿੱਚ ਤੂੰ ਮੈਂ ਵੀ ਟਵਿੱਟਰ ਦੇ ਉੱਤੇ ਬਹੁਤ ਹੋਈ ਹੈ। ਕੇਜਰੀਵਾਲ ਹੋਰੀ ਕਹਿੰਦੇ ਜੀ ਕਿ ਭਗਵੰਤ ਮਾਨ ਹੋਰੀ 51,000 ਵੋਟ ਦੇ ਫਰਕ ਨਾਲ ਜਿੱਤਣਗੇ ਤੇ ਚੰਨੀ ਹੋਰੀ ਇਹ ਗੱਲ ਕਹਿੰਦੇ ਕਿ ਤੁਸੀਂ ਹੁਣ ਤੱਕ ਇਸ ਤੋਂ ਪਹਿਲਾਂ ਵੀ 51,000 ਝੂਠ ਬੋਲ ਚੁੱਕੇ ਹੋ। ਕਦੇ ਕੋਈ ਕਿਸੇ ਦਾ ਪੈਰ ਮਿੱਧਦਾ, ਕਦੇ ਕੋਈ ਕਿਸੇ ਦਾ ਪੈਰ ਮਿੱਧਦਾ। ਪਰ ਗੱਲ ਇਹ ਹੈ ਵੀ ਪਿਛਲੀ ਸਰਕਾਰ ਦੇ ਮੌਕੇ ਬਹੁਤੇ ਚੰਗੇ ਕੰਮ ਹੋਏ ਨਹੀਂ। ਇਹ ਗੱਲ ਸੱਚੀ ਹੈ ਕਿ 4.5 ਸਾਲ ਬਹੁਤਾ ਕੰਮ ਹੋਇਆ ਨਹੀਂ ਤੇ ਚੰਨੀ ਸਾਹਿਬ ਕਹਿੰਦੇ ਵੀ ਭਾਈ ਮੈਂ ਤਾਂ 111 ਦਿਨ ਦੇ ਵਿੱਚ ਕੰਮ ਕੀਤੇ ਆ। ਕਮਾਲ ਦੀ ਗੱਲ ਇਹ ਆ ਵੀ ਲੱਗੇ ਕੱਲ੍ਹ ਕੈਪਟਨ ਸਾਹਿਬ ਦਾ ਇੱਕ ਬਿਆਨ ਆਇਆ। ਉਹ ਕਹਿੰਦੇ ਜੀ ਕੰਮ ਸਾਰੇ 4.5 ਸਾਲ 'ਚ ਮੈਂ ਕੀਤੇ ਤੇ ਸਿਹਰਾ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਜਾ ਰਿਹਾ। ਇਹ ਮੇਰੇ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ, ਇਹ ਗਲਤ ਕੰਮ ਕੀਤਾ ਜਾ ਰਿਹਾ। ਸੋ ਸਮਾਂ ਬਿਆਨ ਕਰੂਗਾ ਕਿ ਕੀ ਬਣਦਾ ਕੀ ਨਹੀਂ ਬਣਦਾ। ਪਰ ਪੰਜਾਬ ਦੇ ਲੋਕਾਂ ਦੀ ਦਿਲਚਸਪੀ ਵਧੀ ਹੋਈ ਹੈ ਵੀ ਕੌਣ ਜਿੱਤਦਾ ਕੌਣ ਹਾਰਦਾ, ਕਿਹੜੀ ਪਾਰਟੀ ਬਾਜ਼ੀ ਮਾਰੂ ਤੇ ਕਿਹਨੂੰ ਲੱਗੂ ਭਵਾਂਟਣੀ। ਆਮ ਆਦਮੀ ਪਾਰਟੀ ਕਿੱਥੇ ਜਾਊ, ਅਕਾਲੀ ਦਲ ਕਿੱਥੇ ਰਹਿ ਜੂ, ਬੀਜੇਪੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਕੀ ਕਾਂਗਰਸ ਦੁਬਾਰਾ ਸੱਤਾ ਦੇ ਵਿੱਚ ਆਊ। ਹਰ ਥਾਂ ਦੇ ਉੱਤੇ ਇਹੀ ਚਰਚਾ ਛਿੜੀ ਹੋਈ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਹੁਣ ਦਿਓ ਆ ਗਿਆ, ਬਹੁਤ ਬਹੁਤ ਮਿਹਰਬਾਨੀ।